Welcome to Health Plus Prom. Today we are going to SPS Hospitals Ludhiana, a unit of SGS Healthcare Limited. SPS Hospital is one of the pioneers of international standard healthcare in Punjab. SPS hospitals provide the best medical treatment in a multi-super specialty infrastructure, 24/7 emergency and trauma, ambulance and intensive care system at SPS hospitals. Guarantees the highest level of care and timely treatment. The hospital was accredited by ICI in 2007 and re-accredited in 2010, 2013 and 2016. SPS Hospitals is also accredited by NABH in 2021. In addition, the blood bank is NABH accredited and the labs are NABL accredited. SPS hospitals have specialists and experienced doctors on board who aim to provide the best medical care using the latest technology and expertise. There are so much facilities in SPS hospitals: 24/7 pharmacy, blood bank, ambulance, home sample collection, lab services, dialysis. Our team talked to the Dr. Kirat Kaur Sibia ji and she gave us the detailed information about the SPS hospital. ਦਰਸ਼ਕੋ ਪੰਜਾਬ ਪਲਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਡਾਕਟਰ ਕੀਰਤ ਜੀ ਦੇ ਨਾਲ, ਜਿਹੜੇ ਪਿਛਲੇ ਲੰਬੇ ਸਮੇਂ ਤੋਂ ਪਲਮਨਰੀ ਦੀਆਂ ਬਿਮਾਰੀਆਂ ਤੋਂ ਗ੍ਰਸਤ ਲੋਕਾਂ ਨੂੰ SPS 'ਚ ਆਪਣਾ ਇਲਾਜ ਦੇ ਰਹੇ ਨੇ। ਡਾਕਟਰ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ। ਡਾਕਟਰ ਸਾਹਿਬ, ਪਲਮਨਰੀ ਜਿਹੜਾ ਕਿ ਇੱਕ ਐਸਾ ਡਿਪਾਰਟਮੈਂਟ ਹੈ, ਕਰੋਨਾ ਦੇ ਵਿੱਚ ਡਾਕਟਰਸ ਪਲਮਨਰੀ ਦੇ ਜਿਹੜੇ ਹੈਗੇ ਆ ਬੜੀ ਉਚਾਈ ਦੇ ਨਾਲ ਮਿਲਦੇ ਸੀਗੇ ਔਰ ਬਹੁਤ ਵੱਡੀ ਜਿਹੜੀ ਸੇਵਾ ਤੁਸੀਂ ਉਸ ਪੀਰੀਅਡ ਦੇ ਦੌਰਾਨ ਕੀਤੀ SPS 'ਚ, ਕੀ ਕਹਿਣਾ ਚਾਹੋਗੇ? ਮੈਨੂੰ ਲੱਗਦਾ ਹੈ ਕਿ ਪਲਮਨੋਲੋਜੀ ਦੇ ਬਾਰੇ ਲੋਕਾਂ ਦੀ ਅਵੇਅਰਨੈਸ ਜ਼ਿਆਦਾ ਵਧੀ ਹੈ ਕੋਵਿਡ ਦੇ ਦੌਰਾਨ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਐਂਡ ਚੈਸਟ ਸਪੈਸ਼ਲਿਸਟ ਓਵਰਆਲ ਬਹੁਤ ਘੱਟ ਡਾਕਟਰਸ ਹੈਗੇ ਜਿਹੜੇ ਚੈਸਟ ਸਪੈਸ਼ਲਿਸਟ ਨੇ। ਇਹ ਸਿਰਫ ਪੰਜਾਬ ਵਿੱਚ ਨਹੀਂ ਕਿ ਘੱਟ ਹੈ ਚੈਸਟ ਸਪੈਸ਼ਲਿਸਟ, ਆਲ ਓਵਰ ਇੰਡੀਆ ਚੈਸਟ ਸਪੈਸ਼ਲਿਸਟ ਬਹੁਤ ਘੱਟ ਪਾਏ ਜਾਂਦੇ ਨੇ ਕਿਉਂਕਿ ਸਪੈਸ਼ਲਾਈਜੇਸ਼ਨ ਬਹੁਤ ਘੱਟ ਹੈ। ਅਤੇ ਅੱਜ ਕੱਲ੍ਹ ਜ਼ਿਆਦਾ ਤੋਂ ਜ਼ਿਆਦਾ ਪੇਸ਼ੈਂਟਸ ਜਿਹੜੇ ਰਿਅਲਾਈਜ਼ ਕਰ ਰਹੇ ਨੇ ਕਿ ਇਹਨਾਂ ਨੂੰ ਸਾਹ ਦੀ ਦਿੱਕਤ ਹੈ ਜਾਂ ਕਰੋਨਿਕ ਲੰਗ ਡਿਜ਼ੀਜ਼ਸ ਹੈ, ਉਹਨਾਂ ਦੀ ਇੱਕ ਬਹੁਤ ਵੱਡੀ ਅਨਮੈਟ ਨੀਡ ਹੈ ਜਾਂ ਉਹਨਾਂ ਦੀ ਇੱਕ ਡਿਮਾਂਡ ਹੈ ਜਿਹੜੀ ਬੜੇ ਅਰਸੇ ਤੋਂ ਪੂਰੀ ਨਹੀਂ ਹੋ ਪਾ ਰਹੀ ਹੈ। ਬੜੇ ਸਾਰੇ ਇਹੋ ਜਿਹੇ ਮਰੀਜ਼ ਜਿਨ੍ਹਾਂ ਨੂੰ ਸਾਹ ਦੀ ਦਿੱਕਤ ਹੁੰਦੀ ਹੈ ਪਰ ਕੁਛ ਨਾ ਕੁਛ ਥੋੜ੍ਹੀ ਬਹੁਤੀ ਦਵਾਈ ਖਾ ਕੇ ਚਲੀ ਜਾ ਰਹੇ ਰਾਈਟ। ਅਤੇ ਉਸ ਤੋਂ ਜ਼ਿਆਦਾ ਗੰਭੀਰ ਤੌਰ 'ਤੇ ਬਿਮਾਰ ਮਰੀਜ਼ ਜਿਨ੍ਹਾਂ ਦੇ ਆਕਸੀਜਨ ਲੈਵਲਸ ਘੱਟ ਰਹੇ ਨੇ ਜਾਂ ਜਿਹਨੂੰ ਲੱਗਦਾ ਹੈ ਕਿ ਇਸ 'ਤੇ ਅੱਗੇ ਤਾਂ ਕੋਈ ਇਲਾਜ ਹੈ ਹੀ ਨਹੀਂ ਹੈ ਸ਼ਾਇਦ, ਬਹੁਤ ਸਾਰੇ ਅਜਿਹੇ ਲੋਕਾਂ ਦੀ ਹੈਲਪ ਕੀਤੀ ਜਾ ਸਕਦੀ ਹੈ ਅਗਰ ਉਹ ਸਹੀ ਟਾਈਮ 'ਤੇ ਪਹੁੰਚ ਜਾਣ ਜਾਂ ਐਟਲੀਸਟ ਲੇਟ ਵੀ ਪਹੁੰਚ ਜਾਣ ਅਤੇ ਅਸੀਂ ਵਟ ਐਵਰ ਵੀ ਕੈਨ ਡੂ, ਕਾਫੀ ਉਹਨਾਂ ਦੀ ਹੈਲਪ ਹੋ ਸਕਦੀ ਹੈ। ਤਾਂ ਕੀ ਕਹਿਣਾ ਚਾਹੋਗੇ ਕਿ ਕਰੋਨਾ ਦੇ ਐਪੀਡੈਮਿਕ ਦੇ ਵਿੱਚ ਜਿਹੜੇ ਪੇਸ਼ੈਂਟਸ ਨੇ ਜਿਨ੍ਹਾਂ ਨੂੰ ਪ੍ਰੋਬਲਮਸ ਆਈ, ਉਹ ਹੁਣ ਵੀ ਮਤਲਬ ਕਈ ਪੇਸ਼ੈਂਟ ਜਿਹੜੇ ਹੈਗੇ ਆ ਜੂਝ ਰਹੇ ਨੇ ਇਸ ਚੀਜ਼ ਦੇ ਨਾਲ, ਲੰਗਸ ਦੇ ਨਾਲ, ਔਰ ਉਹਨਾਂ ਦੇ ਲਈ ਵੀ ਤੁਸੀਂ ਇੱਕ ਵਰਦਾਨ ਬਣ ਕੇ ਸਾਬਤ ਹੋ ਰਹੇ ਹੋ। ਬਹੁਤ ਸਾਰੇ ਪੇਸ਼ੈਂਟ ਤੁਹਾਡੇ ਨਾਲ ਇਨ ਟੱਚ ਨੇ ਔਰ ਬਹੁਤ ਸਾਰੇ ਪੇਸ਼ੈਂਟ ਤੁਸੀਂ ਜ਼ਿੰਦਗੀ ਦੇ ਰਹੇ ਹੋ। ਬਹੁਤ ਜ਼ਿੰਦਗੀ ਦੇਣ ਵਾਲਾ ਤਾਂ ਖੈਰ ਰੱਬ ਹੀ ਹੈ, ਅਸੀਂ ਤਾਂ ਸਿਰਫ ਆਪਣਾ ਕੰਮ ਜੋ ਅਸੀਂ ਬੈਸਟ ਕਰ ਸਕਦੇ ਹਾਂ ਪੇਸ਼ੈਂਟ ਦੇ ਲਈ, ਬਿਕੋਜ਼ ਪੇਸ਼ੈਂਟਸ ਡੈਫੀਨੇਟਲੀ ਜਦੋਂ ਡਾਕਟਰ ਕੋਲ ਆਉਂਦੇ ਆ ਉਮੀਦ ਨਾਲ ਆਉਂਦੇ ਨੇ ਅਤੇ ਤਕਲੀਫ ਵਿੱਚ ਆਉਂਦੇ ਨੇ। ਕੋਵਿਡ ਦੇ ਦੌਰਾਨ ਬਹੁਤ ਸਾਰੇ ਲੋਕ ਅਜਿਹੇ ਅਫੈਕਟ ਹੋਏ ਜਿਨ੍ਹਾਂ ਨੂੰ ਲੌਂਗ ਕੋਵਿਡ ਦੀ ਤਕਲੀਫ ਰਹੀ ਹੈ। ਲੌਂਗ ਕੋਵਿਡ ਇੱਕ ਡਾਕੂਮੈਂਟਡ ਡਿਜ਼ੀਜ਼ ਹੈ ਜਿਹਦੇ ਵਿੱਚ ਮੈਂ ਇਹ ਜਿਹੇ ਵੀ ਪੇਸ਼ੈਂਟਸ ਦੇਖੇ ਜਿਨ੍ਹਾਂ ਨੂੰ ਕੋਵਿਡ ਦੇ ਬਾਅਦ 3 ਮਹੀਨੇ 6 ਮਹੀਨੇ ਆਕਸੀਜਨ 'ਤੇ ਰਹਿਣਾ ਪਿਆ। ਉਸ ਤੋਂ ਬਾਅਦ ਉਹਨਾਂ ਦੇ ਲੰਗ ਫੰਕਸ਼ਨ ਪੂਰੇ ਰਿਕਵਰ ਨਹੀਂ ਕਰ ਪਾਏ। ਬਹੁਤ ਸਾਰੇ ਯੰਗ ਲੋਕ, ਸਾਹ ਤੋਂ ਇਲਾਵਾ ਹਾਰਟ ਦੇ ਇਸ਼ੂਜ਼ ਵੀ ਉਹਨਾਂ ਨੂੰ ਆਉਣ ਲੱਗ ਗਏ ਕੋਵਿਡ ਦੇ ਬਾਅਦ। ਸੋ ਪਹਿਲਾ ਕੰਮ ਜਿਹੜਾ ਕਰਨ ਦੀ ਲੋੜ ਹੁੰਦੀ ਹੈ ਕਿ ਉਹ ਡਿਜ਼ੀਜ਼ ਨੂੰ ਆਈਡੈਂਟੀਫਾਈ ਕਰਨਾ, ਬਿਮਾਰੀ ਨੂੰ ਪਕੜਨਾ। ਇੱਕ ਵਾਰ ਤੁਸੀਂ ਪਕੜ ਲਓ ਬਿਮਾਰੀ ਨੂੰ, ਅੱਧਾ ਕੰਮ ਹੋ ਜਾਂਦਾ ਹੈ। ਫਿਰ ਅਸੀਂ ਦੇਖਦੇ ਹਾਂ ਬੈਸਟ ਆਪਸ਼ਨਸ ਕੀ ਨੇ, ਬੈਸਟ ਆਪਸ਼ਨ ਸਾਡੇ ਦੇਸ਼ ਵਿੱਚ ਕੀ ਨੇ ਅਤੇ ਪੂਰੇ ਵਰਲਡ ਵਿੱਚ ਕੀ ਨਵੀਂ ਆਪਸ਼ਨਸ ਆ ਰਹੀਆਂ ਪੇਸ਼ੈਂਟਸ ਦੇ ਲਈ, ਕੀ ਨਵੇਂ ਟਰੀਟਮੈਂਟਸ ਆ ਰਹੇ, ਅਸੀਂ ਕੀ ਬੈਸਟ ਕਰ ਸਕਦੇ ਹਾਂ ਪੇਸ਼ੈਂਟਸ ਦੇ ਲਈ। ਤਾਂ ਕੋਵਿਡ ਨੇ ਬਹੁਤ ਕੁਛ ਕੋਵਿਡ ਦੇ ਦੌਰਾਨ ਬਹੁਤ ਕੁਛ ਇਵੋਲਵ ਹੋਇਆ ਮੈਡੀਸਨ ਦੇ ਵਿੱਚ, ਮੈਡੀਕਲ ਕੇਅਰ ਦੇ ਵਿੱਚ, ਲੋਕਾਂ ਦੀ ਜ਼ਰੂਰਤ ਦੇ ਅਨੁਸਾਰ। ਅਤੇ ਯੈਸ, ਇਹ ਜੇ ਬਹੁਤ ਲੌਂਗ ਕੋਵਿਡ ਦੇ ਪੇਸ਼ੈਂਟਸ ਵੀ ਰਹੇ ਨੇ ਅਤੇ ਹਾਲੇ ਵੀ ਉਹ ਨੀਡ ਕੇਅਰ 'ਤੇ ਚੱਲ ਰਿਹਾ ਉਹਨਾਂ ਦੇ ਵੀ ਕੇਅਰ ਐਂਡ ਟਰੀਟਮੈਂਟ। ਤਾਂ ਸਮੋਕਿੰਗ ਜਿਹੜਾ ਕਿ ਇੱਕ ਸਮੇਂ ਤੇ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈਗਾ ਸਮੋਕਿੰਗ ਪਾਈ ਜਾਂਦੀ ਸੀਗੀ, ਨੋ ਡਾਊਟ ਹੁਣ ਵੀ ਪਾਈ ਜਾਂਦੀ ਹੈਗੀ ਆ। ਹੁਣ ਵੀ ਲੋਕ ਜਿਹੜੇ ਟਿਊਬਰਕਲੋਸਿਸ ਦੇ ਜਿਹੜੇ ਹੈਗੇ ਪੇਸ਼ੈਂਟਸ ਆ ਰਹੇ ਨੇ, ਪਰ ਗੌਰਮੈਂਟਾਂ ਨੇ ਕਾਫੀ ਅਵੇਅਰਨੈਸ ਇਸ ਚੀਜ਼ ਦੇ ਵਿੱਚ ਲਗਾਈ ਆ। ਕੀ ਕਹਿਣਾ ਚਾਹੋਗੇ ਕਿ TB ਹੈ ਜਿਹੜੀ ਉਹ ਵੀ ਇੱਕ ਲਾਜ਼ ਵਾਲੀ ਬਿਮਾਰੀ ਹੈ? ਅਗਰ ਤੁਹਾਨੂੰ ਲੱਗਦਾ ਕਿ ਅਨਡਿਫਾਈਨਡ TBs ਜਿਹੜੀਆਂ ਲੇਡੀਜ਼ ਦੇ ਵਿੱਚ TB ਜਿਹੜੀ ਹੈਗੀ ਆ ਉਹ ਟੈਸਟਾਂ 'ਚ ਵੀ ਨਹੀਂ ਉਹਨਾਂ ਨੂੰ ਪਤਾ ਲੱਗਦਾ, ਤੇ ਕੀ ਕਹਿਣਾ ਚਾਹੋਗੇ? ਤੁਹਾਡਾ ਕੁਐਸਚਨ ਬੜਾ
ਬਹੁਤ ਹੀ ਇਹ ਜਿਹਾ ਸਵਾਲ ਹੈ ਜਿਹੜਾ ਕਿ ਬੰਦਾ ਜਿਹੜਾ ਐਕਸਪਰਟ ਹੋਏ, ਜਿਹਨੂੰ ਸਮਝ ਹੋਏ ਇਸ ਗੱਲ ਦੀ ਕਿ ਟੀਬੀ ਪਕੜਨੀ ਇੱਕ ਔਖੀ ਬਿਮਾਰੀ ਹੋ ਸਕਦੀ ਹੈ। ਕੁਝ ਪੇਸ਼ੈਂਟਸ ਵਿੱਚ ਟੀਬੀ ਸਾਬਤ ਕਰਨਾ ਬੜਾ ਮੁਸ਼ਕਿਲ ਹੋ ਸਕਦਾ ਹੈ। ਤੁਹਾਡਾ ਸਵਾਲ ਬਹੁਤ ਹੀ ਲਾਜ਼ਮੀ ਹੈ। ਡੈਫੀਨੇਟਲੀ ਟੀਬੀ ਇੰਡੀਆ ਵਿੱਚ ਤਾਂ 40% ਲੋਕ ਆਏ ਜਿਹੇ ਨੇ ਜਿਨ੍ਹਾਂ ਨੂੰ ਟੀਬੀ ਦੀ ਇਨਫੈਕਸ਼ਨ ਹੋ ਰਹੀ ਰੱਖੀ ਹੁੰਦੀ ਹੈ, ਪਰ ਬਿਮਾਰੀ ਨਹੀਂ ਡਿਵੈਲਪ ਕਰਦੇ। ਸਮੋਕਿੰਗ, ਯੈਸ, ਸਮੋਕਿੰਗ ਦੇ ਨਾਲ ਜਿਹੜੇ ਲੋਕ ਸਮੋਕ ਕਰਦੇ ਆ ਉਹਨਾਂ ਦਾ ਜ਼ਿਆਦਾ ਰਿਸਕ ਰਹਿੰਦਾ ਹੈ ਟਿਊਬਰਕਲੋਸਿਸ ਦੇ ਲਈ। ਇੱਕ ਬਹੁਤ ਇੰਪੋਰਟੈਂਟ ਚੀਜ਼ ਜਿਹੜੀ ਮੈਂ ਤੁਹਾਡੇ ਨਾਲ ਅੱਜ ਸਾਂਝੀ ਕਰਨਾ ਚਾਹੂੰਗੀ ਉਹ ਹੈ ਕਿ ਜਿਹੜੇ ਏਰੀਆਜ਼ ਵਿੱਚ ਜ਼ਿਆਦਾ ਤੰਬਾਕੂ ਖਾਂਦੇ ਨੇ, ਥੁੱਕਦੇ ਨੇ, ਉਹ ਤੰਬਾਕੂ ਥੁੱਕ ਤਾਂ ਰਹੇ ਨੇ ਪਰ ਉਹ ਟੀਬੀ ਵੀ ਫੈਲਾਉਂਦੇ ਨੇ। ਉਹਨਾਂ ਏਰੀਆਜ਼ ਵਿੱਚ ਟੀਬੀ ਜ਼ਿਆਦਾ ਪਾਈ ਜਾਂਦੀ ਹੈ। ਇਸ ਲਈ ਥੁੱਕਣਾ ਪਬਲਿਕ ਏਰੀਆਜ਼ ਵਿੱਚ ਬਿਲਕੁਲ ਵਰਜਿਤ ਹੋਣਾ ਜ਼ਰੂਰੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਕਿਸੇ ਨੂੰ ਦਿੱਕਤ ਹੈ ਤਾਂ एटिकेट्स फॉलो करन, खांसी है तो हैंकी या मास्क यूज़ करन, है ना। तो इत्थे उत्ते थुकना इज़ डेफिनेटली नॉट अ गुड आइडिया एंड टीबी नाल बहुत ज़्यादा फैलती है। इहदी रियलाइजेशन हाले शायद साडी पॉपूलेशन चों नहीं है। एंड टीबी का इलाज बिल्कुल हो सकता है। इट इज़ अ क्योरेबल ट्रीटेबल डिजीज़। उन्होंने पकड़ना कई बार मुश्किल हो सकता है, पर उहदे लई भी साडे कोल बहुत तरह के टूल्स हैं। ब्रोंकोस्कोपी है जिथे असी ਇਹ जे बहुत सारे लोग आते हैं जिन्होंने बलगम आती ही नहीं है। सानू एक्सरे ते लगता है, सीटी स्कैन ते लगता है कि दिक्कत है, पेशेंट तंग भी हो रहा होता है। तो टीबी की दवाई चलती भी थोड़े लंबे अरसे लिए है, तो किसी को बिना सबूत के इलाज भी नहीं शुरू कर सकते। इसलिए ब्रोंकोस्कोपी करके असी दूरबीन के नाल सैंपल ले लईदा तो फिर उहदे नाल सेंसिटिविटी भी देख लईदी है कि मरीज़ को किस तरह की एंटीबायोटिक, किस तरह की एंटी ट्यूबरकुलर ट्रीटमेंट सेंसिटिव रहेगा तो ਉਹਦੇ ਲਈ ਬੈਸਟ ਰਹੇਗਾ। ਦੱਸਾਂ ਕਈ ਵਾਰੀ ਇਨਫਰਟਿਲਿਟੀ ਦੇ ਕੇਸਿਸ ਦੇ ਵਿੱਚ ਲੇਡੀਜ਼ ਦੇ ਜਿਹੜੇ ਇਨਫਰਟਿਲਿਟੀ ਦੇ ਕੇਸਿਸ ਦੇ ਵਿੱਚ ਟਿਊਬਰਕਲੋਸਿਸ ਕਿਸੇ ਨਾ ਕਿਤੇ ਜਾ ਕੇ ਮਤਲਬ ਕਾਰਨ ਬਣਦੀ ਹੁੰਦੀ ਆ, ਪਰ ਡਾਕਟਰਸ ਨੂੰ ਉਹ ਅਨਡਿਫਾਈਨਡ ਰਹਿੰਦੀ ਆ। ਉਹਨਾਂ ਨੂੰ ਮਤਲਬ ਉਹ ਮੈਡੀਸਨ ਵੀ ਕਈ ਵਾਰੀ ਸ਼ੁਰੂ ਕਰ ਦਿੰਦੇ ਨੇ, ਲੇਕਿਨ ਉਹਨਾਂ ਨੂੰ ਉਹ ਮਤਲਬ ਪਕੜੇ, ਜਿੱਦਾਂ ਤੁਸੀਂ ਪਕੜਨ ਵਾਲੀ ਗੱਲ ਕੀਤੀ, ਪਕੜੇ ਨਹੀਂ ਜਾਂਦੇ। ਜੋ ਇਨਫਰਟਿਲਿਟੀ ਦਾ ਕਾਜ਼ ਹੈ ਇੰਡੀਆ ਵਿੱਚ ਤਾਂ ਖਾਸ ਤੌਰ ਟਿਊਬਰਕਲੋਸਿਸ ਬਹੁਤ ਇੰਪੋਰਟੈਂਟ ਕਾਜ਼ ਹੈ। ਸੈਂਪਲ आई थिंक इस ਜਿਹੜੀ ਤੁਸੀਂ ਗੱਲ ਕੀਤੀ ਹੈ ਇਸ ਹਿਸਾਬ ਨਾਲ ਆਪਸ ਵਿੱਚ ਅਲੱਗ-ਅਲੱਗ ਫੀਲਡ ਦੇ ਡਾਕਟਰਸ ਨੂੰ ਆਪਸ ਵਿੱਚ ਪੇਸ਼ੈਂਟ ਦੀ ਬਿਹਤਰੀ ਲਈ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਜਦੋਂ ਵੀ ਕੋਈ ਇਹ ਜਿਹਾ ਪੇਸ਼ੈਂਟ ਜਿਵੇਂ ਉਸਦੀ ਕੋਈ ਹਿਸਟੈਰੋਸਕੋਪੀ ਜਾਂ ਜਿਵੇਂ ਦੂਰਬੀਨ ਨਾਲ ਸੈਂਪਲਿੰਗ ਲੈਂਦੇ ਆ ਬੱਚੇਦਾਨੀ ਵਾਲੇ ਏਰੀਆ ਤੋਂ ਜਾਂ ਟਿਊਬਸ ਤੋਂ, ਉਹ ਸੈਂਪਲ ਟੀਬੀ ਦੇ ਟੈਸਟ ਲਈ ਜ਼ਰੂਰ ਜਾਣਾ ਚਾਹੀਦਾ ਹੈ। ਤੇ ਉਹਦੇ ਲਈ ਟੈਸਟ ਕਿਹੜੇ-ਕਿਹੜੇ ਘੱਲੇ ਜਾ ਸਕਦੇ ਆ ਉਹਦੇ ਲਈ ਇਟ ਵੁੱਡ ਬੀ ਵੈਰੀ ਗੁੱਡ ਕਿ ਜੇ ਆਪਸ ਵਿੱਚ ਸਭ ਲੋਕ ਡਿਸਕਸ ਕਰਨ। ਪਲਮੋਨੋਲੋਜਿਸਟ ਅਸੀਂ ਹਮੇਸ਼ਾ ਸਭ ਦੇ ਲਈ ਇੱਥੇ ਅਵੇਲੇਬਲ ਹਾਂ ਕਿ ਉਹ ਬੜੇ ਪ੍ਰੈਸ਼ੀਅਸ ਸੈਂਪਲ ਹੁੰਦੇ ਆ, ਉਹ ਸੈਂਪਲ ਤੁਸੀਂ ਰੋਜ਼-ਰੋਜ਼ ਨਹੀਂ ਲੈ ਸਕਦੇ। ਤਾਂ ਇਸ ਲਈ ਜਿੰਨਾ ਟੈਸਟਿੰਗ ਉਸ ਪੁਆਇੰਟ ਤੇ ਹੋ ਜਾਏ ਉਹਨਾਂ ਅੱਛਾ ਅਸੀਂ ਪਕੜ ਸਕਦੇ ਬਿਮਾਰੀ ਨੂੰ। ਨਸਲ ਅਲਰਜੀ ਜਿਹੜੀ ਕਿ ਇੱਕ ਬਹੁਤ ਵੱਡਾ ਐਪੀਡੈਮਿਕ ਬਣ ਚੁੱਕੀ ਹੈਗੀ ਆ ਇੰਡੀਆ ਦੇ ਵਿੱਚ, ਔਰ ਲੋਕ ਥੋੜੇ ਜਿਹੇ ਜ਼ਿਆਦਾ ਮਤਲਬ ਦਿਲ ਵੀ ਲੋਕਾਂ ਦੇ ਕਮਜ਼ੋਰ ਹੋ ਚੁੱਕੇ ਨੇ। ਥੋੜਾ ਜਿਹਾ ਡਿਪਰੈਸ਼ਨ ਦੇ ਵਿੱਚ ਵੀ ਲੋਕਾਂ ਦਾ ਕੋਵਿਡ ਤੋਂ ਬਾਅਦ ਦੇ ਵਿੱਚ ਇੱਕ ਤਰ੍ਹਾਂ ਦਾ ਨਾ ਸਿਸਟਮ ਜਿਹੜਾ ਹੈਗਾ ਨਾ ਸਾਰਾ ਉਹ ਪਜਲਿੰਗ ਸਿਚੁਏਸ਼ਨਸ ਵਾਲਾ ਬਣਿਆ। ਔਰ ਅਲਰਜੀ ਨੂੰ ਲੈ ਕੇ ਕਈ ਲੋਕ ਹੁਣ ਅਨ ਲੋਕ ਜਿਹੜੇ ਹੈਗੇ ਜਿਹੜੇ ਮਤਲਬ ਮਾਰਕੀਟ ਦੇ ਵਿੱਚ ਪੈਸਿਆਂ ਨੂੰ ਜਿਨ੍ਹਾਂ ਨੇ ਮਤਲਬ ਬਣਾਉਣਾ ਹੈਗਾ, ਤੋਂ ਇਸ ਚੀਜ਼ ਨੂੰ ਅਲਰਜੀ ਨੂੰ ਬੜਾ ਵੱਡਾ ਹੋਊਗਾ ਬਣਾਈ ਜਾਂਦੇ ਨੇ। ਔਰ ਤੁਸੀਂ ਜਿਹੜੇ ਅਸਲੀ ਡਾਕਟਰਸ ਨੇ, ਜਿਹੜੇ ਅਸਲੀ ਪਲਮਨਰੀ ਦੇ ਕੰਮ ਕਰ ਰਹੇ ਡਾਕਟਰ ਆ, ਤੁਹਾਡੇ ਲਈ ਅਲਰਜੀ ਇੱਕ ਬੜੇ ਸਿੰਪਲ ਇੱਕ ਡੈਫੀਨੇਸ਼ਨ ਹੈ ਕਿ ਸਿੰਪਲ, ਔਰ ਤੁਸੀਂ ਉਹਨਾਂ ਨੂੰ ਹਜ਼ਾਰਾਂ ਪੇਸ਼ੈਂਟਸ ਨੂੰ ਟ੍ਰੀਟ ਕੀਤਾ ਅੱਜ ਤੱਕ। ਕੀ ਕਹਿਣਾ ਚਾਹੋਗੇ? ਮੈਨੂੰ ਲੱਗਦਾ ਹੈ ਕਿ ਬਹੁਤ ਸਾਰੀ ਗਾਈਡਲਾਈਨਸ ਹਨ ਜਿਹਦੇ 'ਚ ਅਸੀਂ ਕਹਿੰਦੇ ਹਾਂ ਕਿ ਇਹ ਪੇਸ਼ੈਂਟ ਨੂੰ ਇਸ ਟਾਈਪ ਦੀ ਐਲਰਜੀ ਹੈ, ਜਾਂ ਦਮਾ ਵੀ ਬੜੇ ਕਿਸਮ ਦਾ ਹੁੰਦਾ ਹੈ। ਐਲਰਜਿਕ ਦਮਾ ਵੀ ਇੱਕ ਟਾਈਪ ਹੈ। ਫੈਮਲੀਜ਼ ਵਿੱਚ ਕਈ ਵਾਰ ਐਲਰਜੀਜ਼ ਹੁੰਦੀਆਂ, ਐਟੋਪਿਕ ਐਸਮਾ ਕਹਿੰਦੇ ਆ, ਉਹ ਅਲੱਗ-ਅਲੱਗ ਟਾਈਪਸ ਹੁੰਦੀਆਂ। ਕਈ ਵਾਰ ਹਰੇਕ ਪੇਸ਼ੈਂਟ, ਹੁਣ ਇੰਨੀ ਪੋਪੂਲੇਸ਼ਨ ਹੈ, ਹਰੇਕ ਗਾਈਡਲਾਈਨ ਵਿੱਚ ਹਰ ਕੋਈ ਹਰੇਕ ਕ੍ਰਾਈਟੇਰੀਆ 'ਚ ਫਿੱਟ ਨਹੀਂ ਹੋ ਪਾਉਂਦੇ ਬਹੁਤ ਵਾਰ। ਤਾਂ ਸਾਨੂੰ ਕੁਝ ਪੇਸ਼ੈਂਟਸ ਨੂੰ ਦੇਖਣਾ ਪੈਂਦਾ ਹੈ ਕਿ ਇਸ ਤੋਂ ਬਿਯੋਂਡ ਗਾਈਡਲਾਈਨਸ ਦੇ ਬਿਯੋਂਡ ਅਸੀਂ ਇਹਨਾਂ ਲਈ ਕੀ ਕਰ ਸਕਦੇ ਹਾਂ। ਹਊਏ ਦੀ ਗੱਲ ਜਿੱਥੇ ਤੱਕ ਤੁਸੀਂ ਕਹਿ ਰਹੇ ਹੋ, ਮੈਨੂੰ ਲੱਗਦਾ ਹੈ ਕਿ ਜਦੋਂ ਪੇਸ਼ੈਂਟ ਆਉਂਦਾ ਤੇ ਉਹ ਤੰਗ ਹੁੰਦਾ ਨਾ, ਉਹ ਕਹਿੰਦਾ ਕਿ ਅਸੀਂ ਬਹੁਤ ਦਵਾਈਆਂ ਖਾ ਲਈਆਂ, ਸਟੀਰੋਇਡਸ ਬਹੁਤ ਖਾ ਲਏ ਹੈ, ਸਾਡੀ ਬਸ ਹੋ ਗਈ ਹੈ। ਕਿੰਨੇ ਪੇਸ਼ੈਂਟਸ ਉਹ ਕਹਿੰਦੇ ਸਾਡੇ ਤਾਂ ਅੱਖਾਂ 'ਚੋਂ ਪਾਣੀ ਹੀ ਚੱਲਦਾ ਰਹਿੰਦਾ ਐਲਰਜੀ ਦੇ ਕਰਕੇ, ਜਾਂ ਨੱਕ ਸਵੇਰੇ ਉੱਠ ਕੇ ਸਾਹ ਨਹੀਂ ਆਉਂਦਾ, ਨੱਕ ਹੀ ਬੰਦ ਰਹਿੰਦਾ ਹੈ, ਜਾਂ ਫਿਰ ਦਮੇ ਦੇ ਪੇਸ਼ੈਂਟ ਜਿਨ੍ਹਾਂ ਦੇ ਪੂਰੇ ਸਾਲ ਦਵਾਈ ਰੁਕਦੀ ਨਹੀਂ ਹੈ, ਬਹੁਤ ਕੁਝ ਵੀ ਮੌਸਮ ਬਦਲਦਾ ਹੈ, ਐਗਜ਼ੈਜ਼ਰਬੇਸ਼ਨ ਹੋ ਜਾਂਦੀ ਹੈ, ਸਾਹ ਉਖੜ ਜਾਂਦਾ ਹੈ। ਉਹਨਾਂ ਦੀ ਤਕਲੀਫ ਬਹੁਤ ਮਤਲਬ ਉਹ ਬਹੁਤ ਸੱਚੇ ਨੇ ਜਦੋਂ ਉਹ ਕਹਿੰਦੇ ਕਿ ਉਹਨਾਂ ਨੂੰ ਦਿੱਕਤ ਹੈ, ਅਤੇ ਉਹਨਾਂ ਦੀ ਐਲਰਜੀ ਨੂੰ
ਮੈਂ ਹਵਾ ਨਹੀਂ ਕਹਿ ਸਕਦੀ, ਮਾਰਕੀਟ ਵਿੱਚ ਬਹੁਤ ਸਾਰੇ ਜਿਹੜੇ ਉਹ ਇੱਕ ਮੇਰੇ ਖਿਆਲ ਪ੍ਰਮੋਟ ਕੀਤਾ ਜਾਂਦਾ ਹੈ ਕਿ ਅਸੀਂ ਜੜ ਤੋਂ ਖਤਮ ਕਰ ਦਾਂਗੇ ਬਿਮਾਰੀ। ਮੈਨੂੰ ਲੱਗਦਾ ਸਭ ਤੋਂ ਪਹਿਲਾਂ ਜਦੋਂ ਕੋਈ ਮਰੀਜ਼ ਸਾਡੇ ਕੋਲ ਆਉਂਦਾ ਹੈ, ਉਹਨੂੰ ਅਗਰ ਅਸੀਂ ਸਮਝਾਈਏ ਕਿ ਉਹਦੀ ਦਿੱਕਤ ਕੀ ਹੈ, ਤਾਂ ਪੇਸ਼ੈਂਟ ਆਪਣੀ ਬਿਮਾਰੀ ਨੂੰ ਖੁਦ ਬੈਟਰ ਮੈਨੇਜ ਕਰ ਸਕਦਾ। ਇੱਕ ਪਾਰਟ ਹੈ ਦਵਾਈਆਂ ਦਾ, ਇੱਕ ਪਾਰਟ ਹੈ ਪੇਸ਼ੈਂਟ ਐਜੂਕੇਸ਼ਨ, ਜੋ ਕਿ ਬਹੁਤ ਇੰਪੋਰਟੈਂਟ ਹੈ, ਕਿਉਂਕਿ ਇਹ ਜੇ ਬਹੁਤ ਸਾਰੀ ਬਿਮਾਰੀਆਂ ਵਿੱਚ ਇਲਾਜ ਲੰਬੇ ਅਰਸੇ ਤੱਕ ਚੱਲਦਾ ਹੈ, ਤੇ ਪੇਸ਼ੈਂਟ ਅਗਰ ਆਪਣੀ ਬਿਮਾਰੀ ਨੂੰ ਸਮਝੇ ਤਾਂ ਪੇਸ਼ੈਂਟ ਹੋਪਫੁਲ ਵੀ ਰਹਿੰਦਾ ਹੈ, ਤੇ ਉਹਨੂੰ ਵੀ ਜ਼ਿਆਦਾ ਇਨਕਰੇਜਮੈਂਟ ਹੁੰਦੀ ਹੈ, ਜਾਂ ਮੈਂ ਕਹੂੰਗੀ ਉਹਦਾ ਹੌਸਲਾ ਬੁਲੰਦ ਹੁੰਦਾ ਜਦੋਂ ਦੇਖਦੇ ਕਿ ਅੱਛਾ ਹੁਣ ਮੇਰੀ ਦਵਾਈ ਘੱਟ ਰਹੀ ਹੈ, ਜ਼ਰੂਰਤ ਪੈਣ ਤੇ ਅਸੀਂ ਵਧਾ ਰਹੇ ਹਾਂ ਜਾਂ ਕਿਵੇਂ ਮੈਨੇਜ ਕਰ ਰਹੇ ਹਾਂ, ਤੇ ਆਪਣੀ ਬਿਮਾਰੀ ਨੂੰ ਸਮਝੇਗਾ ਤਾਂ ਉਹ ਕੁਝ ਗਲਤ ਰਾਹ ਤੇ ਨਹੀਂ ਪਏਗਾ ਕਿ ਕਿਸੇ ਹੋਰ ਅਫਵਾਹ ਕਹਿ ਲਓ ਜਾਂ ਕਿਸੇ ਹੋਰ ਝਾਂਸੇ ਵਿੱਚ ਨਹੀਂ ਆਏਗਾ ਕਿ ਪਤਾ ਨਹੀਂ। ਕਿਉਂਕਿ ਮੈਂ ਇਹ ਜਿਹੇ ਵੀ ਪੇਸ਼ੈਂਟਸ ਦੇਖੇ ਹੈ ਜਿਹੜੇ ਕਈ ਵਾਰ ਅਨਸੋਲਿਸਿਟਿਡ ਟ੍ਰੀਟਮੈਂਟਸ ਜਾਂ ਅਨਰੈਗੂਲੇਟਿਡ ਟ੍ਰੀਟਮੈਂਟਸ ਲੈ ਕੇ ਆਪਣੇ ਗੁਰਦੇ ਲਿਵਰ ਖਰਾਬ ਕਰਕੇ ਆ ਜਾਂਦੇ ਨੇ, ਸੋ ਇਟਸ ਵੈਰੀ ਸੈਡ। ਡਾਕਟਰ ਸਾਹਿਬ, ਛੋਟੇ ਬੱਚਿਆਂ ਨੂੰ ਜਦੋਂ ਆਪਾਂ ਪਫ ਦਿੰਦੇ ਹੈਗੇ ਆ, ਕੀ ਕਹਿਣਾ ਚਾਹੋਗੇ ਕਿ ਪੇਰੈਂਟਸ ਆ ਜਿਹੜੇ ਉਹਨਾਂ ਦੇ ਮਨ ਦੇ ਵਿੱਚ ਵਿਚਾਰਿਆਂ ਦੇ ਬੋਝ ਜਿਹਾ ਪਾ ਲੈਂਦੇ ਆ, ਉਹ ਕੀ ਕਹਿਣਾ ਚਾਹੋਗੇ ਕਿ ਬੜਾ ਸੇਫ ਹੈਗਾ ਔਰ ਉਹਨਾਂ ਨੂੰ ਘਬਰਾਉਣਾ ਨਹੀਂ ਚਾਹੀਦਾ, ਬਲਕਿ ਉਹਨਾਂ ਨੂੰ ਅਗਰ ਡਾਕਟਰ ਪਫ ਕਹਿੰਦਾ ਵੀ ਤੁਸੀਂ ਪਫ ਦੇਣੇ ਹੈ ਜਾਂ ਤੁਸੀਂ ਉਸ ਤਰੀਕੇ ਦੇ ਨਾਲ ਅਟੈਚਮੈਂਟ ਕਰਨੀ ਹੈ, ਤਾਂ ਬੜਾ ਇਹ ਸੇਫ ਜਿਹਾ ਪ੍ਰੋਸੀਜਰ ਹੈਗਾ, ਇਹਦੇ 'ਚ ਕੋਈ ਘਬਰਾਉਣ ਦੀ ਨਹੀਂ ਲੋੜ ਨਹੀਂ। ਕਿਉਂਕਿ ਲੋਕਾਂ ਨੂੰ ਲੱਗਦਾ ਵੀ ਸਾਡਾ ਬੱਚਾ ਤਾਂ ਸਾਹ ਦੇ ਲੱਗ ਗਿਆ ਜੀ, ਹੁਣ ਤਾਂ ਉਹ ਇੱਦਾਂ ਕਰਨ ਲੱਗ ਗਿਆ ਵੀ ਸ਼ਾਇਦ ਇਹਨੂੰ ਮੁੜ ਕੇ ਇਸ ਚੀਜ਼ ਤੇ ਪੈ ਜਾਊਗਾ, ਮਤਲਬ ਉਹਨਾਂ ਦੇ ਮਨ ਦੇ ਵਿੱਚ ਵਹਿਮ ਜਾ ਰਿਹਾ। ਹਰ ਕਿਸੇ ਦਾ ਨਾ ਨੇਚਰ ਅਲੱਗ ਕਿਸਮ ਦਾ ਹੁੰਦਾ ਹੈ। ਕੁਝ ਲੋਕ ਬਹੁਤ ਸੈਂਸਿਟਿਵ ਹੁੰਦੇ ਆ, ਉਹਨਾਂ ਨੂੰ ਤੁਸੀਂ ਜ਼ਰਾ ਜੀ ਉੱਚੀ ਆਵਾਜ਼ ਵਿੱਚ ਵੀ ਗੱਲ ਕਰੋਗੇ ਤਾਂ ਉਹ ਸਹਿਮ ਜਾਂਦੇ ਨੇ, ਜਾਂ ਉਹ ਬਹੁਤ ਜ਼ਿਆਦਾ ਸੈਂਸਿਟਿਵ ਹੁੰਦੇ ਆ। ਕੁਝ ਲੋਕ ਹੋਣਗੇ ਜਿਨ੍ਹਾਂ ਨਾਲ ਤੁਸੀਂ ਉੱਚੀ ਆਵਾਜ਼ ਵਿੱਚ ਹੱਸ ਕੇ ਵੀ ਗੱਲ ਕਰੋਗੇ ਤਾਂ ਉਹ ਡਰ ਜਾਣਗੇ, ਸ਼ਾਇਦ ਸਹਿਮ ਜਾਣਗੇ, ਸੈਂਸਿਟਿਵ ਹੁੰਦੇ ਨੇ। ਕੁਝ ਲੋਕ ਹਨ ਜਿਨ੍ਹਾਂ ਨੂੰ ਫਰਕ ਹੀ ਨਹੀਂ ਪੈਂਦਾ ਬਹੁਤ। ਤੇ ਸਾਡੇ ਹੁਣ ਸਾਹ ਦੀ ਨਾਲੀਆਂ ਦੀ ਜਿਹੜੀ ਦਿੱਕਤ ਹੁੰਦੀ ਹੈ, ਸਭ ਦੇ ਸਾਹ ਦੀ ਨਾਲੀਆਂ ਦੀ ਤਸੀਰ ਕਹਿ ਲਓ ਜਾਂ ਨੇਚਰ ਹੈ, ਉਹ ਅਲੱਗ ਹੈ। ਕੁਝ ਬਹੁਤ ਸੈਂਸਿਟਿਵ ਹੁੰਦੇ, ਕੁਝ ਨਹੀਂ ਹੁੰਦੇ। ਹੁਣ ਜਿਨ੍ਹਾਂ ਨੂੰ ਦਮੇ ਦੀ ਦਿੱਕਤ ਹੈ, ਸਾਹ ਦੀ ਦਿੱਕਤ ਹੈ, ਉਹਨਾਂ ਦੇ ਏਅਰਵੇਜ਼ ਹੈ ਜਾਂ ਸਾਹ ਦੀ ਨਾਲੀਆਂ ਇਰੀਟੇਟ ਹੋ ਰਹੀਆਂ ਕਿਸੇ ਕਾਰਨ, ਉਹਦੇ ਲਈ ਸਾਡੇ ਕੋਲ ਇਲਾਜ ਦੇ ਜਿਹੜੇ ਉਪਕਾਰ ਨੇ, ਉਹਨਾਂ 'ਚ ਇੱਕ ਉਪਕਾਰ ਹੈ ਇਨਹੇਲਰ। ਤੇ ਇਨਹੇਲਰ ਸੇਫ ਵੀ ਹੈ ਤੇ ਬੈਟਰ ਵੀ ਹੈ, ਕਿਉਂਕਿ ਜੇ ਤੁਸੀਂ ਗੋਲੀਆਂ ਜਾਂ ਅਸੀਂ ਦਵਾਈਆਂ ਓਰਲ ਦਿੰਦੇ ਆ ਤਾਂ ਉਹ ਪੂਰੇ ਸਰੀਰ ਵਿੱਚ ਐਕਟ ਕਰਨਗੀਆਂ, ਉਹ ਮਾਸਪੇਸ਼ੀਆਂ ਤੇ ਵੀ ਅਸਰ ਕਰਨਗੀਆਂ, ਉਹ ਹਾਰਟ ਤੇ ਵੀ ਅਸਰ ਕਰਨਗੀਆਂ, ਉਹ ਬਲੱਡ ਦੇ ਰਾਹੀਂ ਲਿਵਰ ਕਿਡਨੀ ਹਰ ਥਾਂ ਐਕਟ ਕਰਨਗੀਆਂ, ਪੇਟ ਤੇ ਵੀ ਐਕਟ ਕਰਨਗੀਆਂ। ਪਰ ਅਗਰ ਅਸੀਂ ਇਨਹੇਲਰ ਦਿੰਦੇ ਆ ਤਾਂ ਅਸੀਂ ਇਨਹੇਲਰ ਯੂਜ਼ ਕਿਉਂ ਕਰ ਰਹੇ ਹਾਂ? ਕਿਉਂਕਿ ਅਸੀਂ ਚਾਹੁੰਦੇ ਆ ਕਿ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਅਸੀਂ ਟਾਰਗੇਟਿਡ ਮੈਡੀਸਨ ਤੇ ਫੋਕਸ ਕਰ ਰਹੇ ਹਾਂ ਕਿ ਜੇ ਮੈਨੂੰ ਕੋਈ ਦਵਾਈ ਸਿਰ ਦੇ ਵਿੱਚ ਕੋਈ ਪ੍ਰੋਬਲਮ ਹੈ ਤਾਂ ਮੇਰੀ ਕੋਸ਼ਿਸ਼ ਹੋਏਗੀ ਦਵਾਈ ਖਾਣ ਨਾਲੋਂ ਸਿਰ ਤੇ ਕੁਝ ਲਗਾ ਲਿੱਤਾ ਜਾਏ ਤੇ ਲੋਕਲ ਐਪਲੀਕੇਸ਼ਨ ਨਾਲ ਠੀਕ ਹੋ ਜਾਏ, ਅਗਰ ਪੋਸੀਬਲ ਹੋਏ, ਰਾਈਟ। ਉਸੇ ਤਰ੍ਹਾਂ ਸਾਹ ਦੀ ਨਾਲੀਆਂ ਅਸੀਂ ਚਾਹੁੰਦੇ ਕਿ ਜਿਹੜੀ ਦਵਾਈ ਹੈ ਉਹ ਸਿਰਫ ਲੰਗਸ ਤੇ ਜਾਏ। ਤੇ ਜਿਹੜੇ ਲੋਕ ਇਨਹੇਲਰ ਯੂਜ਼ ਕਰਦੇ ਆ, ਮੈਂ ਸਪੈਸ਼ਲੀ ਉਹਨਾਂ ਨੂੰ ਕਹਿੰਦੀ ਆ, ਇਨਹੇਲਰ ਯੂਜ਼ ਕਰਨ ਦੇ ਬਾਅਦ ਚਾਹੇ ਨੈਬੂਲਾਈਜੇਸ਼ਨ ਹੈ, ਚਾਹੇ ਉਹ ਪਫ ਹੈ ਨਾ, ਬੜੇ ਤਰ੍ਹਾਂ ਦੇ ਇਨਹੇਲਰਸ ਆਉਂਦੇ ਆ, ਕਿ ਉਸ ਦੇ ਬਾਅਦ ਕੁਰਲੀ ਜ਼ਰੂਰ ਕਰੋ, ਮੂੰਹ 'ਚ ਤੇ ਗਲੇ 'ਚ ਲੱਗੀ ਦਵਾਈ ਨੂੰ ਜ਼ਰੂਰ ਥੁੱਕੋ। ਕਿਉਂ? ਕਿਉਂਕਿ ਅਸੀਂ ਕਰ ਹੀ ਕਿਉਂ ਰਹੇ ਹਾਂ? ਅਸੀਂ ਚਾਹੁੰਦੇ ਹਾਂ ਦਵਾਈ ਫੇਫੜਿਆਂ ਤੇ ਜਾਏ, ਮੂੰਹ 'ਚ ਤੇ ਗਲੇ 'ਚ ਲੱਗ ਕੇ ਉਹ ਐਬਜ਼ੌਰਬ ਹੋ ਕੇ ਫਿਰ ਬਲੱਡ ਵਿੱਚ ਨਾ ਜਾਏ, ਇੱਕ ਪਾਰਟ। ਦੂਸਰਾ ਪਾਰਟ, ਜਿਹੜੀ ਦਵਾਈ ਤੁਸੀਂ ਸ਼ਾਇਦ ਓਰਲ ਗੋਲੀ 1 ਗ੍ਰਾਮ ਦੀ ਜਾਂ ਮੈਂ ਕਹਾਂ 1000 ਮਿਲੀਗ੍ਰਾਮ ਦੀ ਲਓਗੇ, ਉਸ ਨਾਲੋਂ ਜਿਹੜੀ ਇਨਹੇਲੇਸ਼ਨ ਵਾਲੀ ਦਵਾਈ ਹੈ ਪਫ ਵਿੱਚ ਮਾਈਕਰੋਗ੍ਰਾਮ ਡੋਜ਼ ਹੈ, ਮਤਲਬ ਉਸ ਤੋਂ 1000 ਗੁਣਾ ਨਹੀਂ 10,000 ਗੁਣਾ ਘੱਟ ਡੋਜ਼ ਹੈ। ਤੇ ਜੇ ਮੇਰਾ ਕੰਮ ਜਿਵੇਂ ਗੋਲੀ ਨਾਲ ਚੱਲਦਾ ਤਾਂ ਅਸੀਂ ਟੀਕਾ ਨਹੀਂ ਵਰਤੀਦਾ, ਉਵੇਂ ਮੈਂ ਕਹੂੰਗੀ ਜੇ ਕਿਸੇ ਦਾ ਕੰਮ ਇਨਹੇਲਰ ਨਾਲ ਚੱਲਦਾ ਤਾਂ ਉਹਨੂੰ ਗੋਲੀ ਨਹੀਂ ਲੈਣੀ ਚਾਹੀਦੀ। ਦੱਸੋ, ਯੂ ਆਰ ਐਨ ਇੰਸਟੀਟਿਊਸ਼ਨ, ਯੂ ਹੈਵ ਲੌਂਗ ਡਾਟਾਸ। ਪੰਜਾਬ ਪਲੱਸ ਨੂੰ ਅੱਜ ਫਸਟ ਟਾਈਮ ਇੰਨੀ ਕੁ ਸਾਡੇ ਦਰਸ਼ਕਾਂ ਨੂੰ ਅਵੇਅਰ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ, ਥੈਂਕ ਯੂ।